सारी मानव जाति नूं छकारा प्रवान होवे। सो मैना परमात्मा हंग मैना आत्मा, यानी कि सो हंग महाराज, यानी कि तीन गुण हैं परमात्मा च। आत्मा नूं कहिंदे परमात्मा। ऐ मेरी रूह, मेरे च सर्वश्रेष्ठ गुण हैं। सो हंग महाराज शेर सिंह विष्णु भगवान दी जय, यानी कि महाराज मैं सारिਆਂ ਦਾ ਚੈਂਚਾ हाँ। शेर पैदल वाला सिंह शक्ति, सब नूं पैच रखण लई समर्थ ताकत हाँ। ते विष्णु की है, यानी कि विष्णु ब्रह्मा शिव जो ने सारे ब्रह्मंड खंड इन्हां दा सब तो वड्डा सब दा प्रतिपालक भगवान हाँ। और मेरी जय हुंदी है सदा ही, तू भी मेरी जय कर 5 वारी। तो ये सारिਆਂ ਨੂੰ सोहंग महाराज शेर सिंह विष्णु भगवान दी जय। अज दा विषय है जी कि धरती गोल है जां चपटी, ते धरती दे किन्ने स्वरूप ने, किहड़ा हिस्सा गोल आ ते किहड़ा हिस्सा जिहड़ा चपटी है, किस व्यूज़ दे विच है। सो पहलां ते आपां वेखीए कि धरती च किन्ने हिस्से ने। ये धरती दे 4 हिस्से हुंदे जी, एक धरनी, धरत, धवल ते धौ। इन्हां 4 हिस्सिਆਂ ਦੇ ਵਿੱਚ 9 खंड ਤੇ 7 ਦੀਪ ਹੁੰਦੇ ਆ। तो धरती ਜਿਹੜੀ ਧਰਨੀ है ਇਹ ਕਦੋਂ ਬਣਦੀ ਹੈ? ਜਦੋਂ ਅਕਾਲ ਪੁਰਖ ਸਤ ਸਰੂਪ ਪ੍ਰਭੂ ਜਿਹੜਾ ਆਪਣੇ ਚਰਨਾਂ ਦੀ ਛੋਹ ਦੇ ਦੇ। ਧਰਤ ਕਦੋਂ ਬਣਦੀ ਹੈ? ਜਦੋਂ ਆਪਣੇ ਵਿੱਚੋਂ ਅਨਾਜ ਉਤਪਤ ਕਰਦੀ ਹੈ, ਅਨਾਜ ਬਣਦਾ ਹੈ। ਧਵਲ ਕਦੋਂ ਬਣਦੀ ਹੈ? ਜਦੋਂ ਆਪਣੇ ਵਿੱਚ ਉਤਪਤੀ ਵੀ ਕਰਦੀ ਆ ਤੇ ਉਹ ਜਿਹੜੀ ਉਤਪਤੀ ਆਪਣੇ ਵਿੱਚ ਸਮਾ ਲੈਂਦੀ ਆ। ਜੋ ਸਰੀਰ ਖਤਮ ਹੁੰਦੇ, ਦਰਖਤ ਖਤਮ ਹੁੰਦੇ, ਕੁਛ ਹੁੰਦੇ, ਉਹ ਸਰੀਰ 'ਚ ਆਪਣੇ ਹੀ ਸਮਾ ਲੈਂਦੀ ਆ। ਧੌਲ ਕਦੋਂ ਬਣਦੀ ਹੈ ਜੀ? ਜਦੋਂ ਵਜਨ ਭਾਵ ਭਾਰ ਚੁੱਕਦੀ ਹੈ। ਇਹਦੇ 'ਚ 9 ਖੰਡ ਕਿਹੜੇ ਆ ਜੀ? ਧਰਤੀ ਦੇ 7 ਦੀਪ ਜਿਹੜੇ ਆਪਾਂ ਜਿਹੜੇ ਸਾਇੰਸ ਦੇ ਆਧਾਰ 'ਤੇ ਹੋਰ ਵੇਨੇ ਆ, ਜਿਹੜੇ ਪਰਮਾਤਮਾ ਦੇ ਆਧਾਰ 'ਤੇ ਆ, ਉਹ 7 ਦੀਪ ਹੈਗੇ ਜੀ। ਲਕਣਦੀਪ ਜਿਹੜਾ ਕੈਨੇਡਾ ਦਾ ਹਿੱਸਾ ਆ, ਕਰੋਚਦੀਪ, ਪੁਸ਼ਕਰਦੀਪ, ਜੰਬੂ ਹੈਗਾ ਆਪਣਾ ਏਸ਼ੀਆ ਦਾ ਹਿੱਸਾ, ਸ਼ਾਨਦੀਪ, ਸਲਮਲਦੀਪ, ਕੁਸ਼ਾਦੀਪ। ਇਹ 7ਵਾਂ ਜਿਹੜਾ ਇੰਗਲੈਂਡ ਤੇ ਇਹਦੇ ਸਾਈਡ ਦੇ ਜਿਹੜੇ ਹਿੱਸੇ ਨੇ ਉਹ ਕੁਸ਼ਾਦੀਪ 'ਚ ਆਉਂਦੇ ਆ। ਔਰ ਇਸੇ ਤਰ੍ਹਾਂ ਹੀ 9 ਖੰਡਾਂ ਦੇ 'ਚ ਧਰਤੀ ਵੰਡੀ ਹੋਈ ਆ। ਆਪਾਂ ਰੋਜ਼ ਪੜ੍ਹਦੇ ਰਹੇ 7 ਦੀਪ 9 ਖੰਡ, ਪਰ ਨਾਂ ਜਿਹੜਾ ਰੂਹਾਨੀਅਤ ਹੈ ਇਹ ਤੁਹਾਨੂੰ ਪਹਿਲੀ ਵਾਰੀ ਆ ਰਿਹਾ। ਕੁਲਾ ਖੰਡ ਆ ਇੱਕ ਜੀ। ਇਹਦੇ ਵਿੱਚ ਦੂਜਾ ਜਿਹੜਾ ਭਾਗ ਆ ਇਲਾਬਤ ਆ, ਇਲਾਬਰਥ ਵੀ ਇਹਨੂੰ ਕਹਿੰਦੇ ਆ, ਕਿ ਹਰ ਵਿਰਖ ਜਿਹੜਾ ਇਹ ਤੀਸਰਾ ਭਾਗ ਆ ਇਹਦਾ ਖੰਡ। ਤੇ ਚੌਥਾ ਕੇ ਪੁਰਖ, ਤੇ 5ਵਾਂ ਜਿਹੜਾ ਭਾਰਤ ਖੰਡ ਆ ਜਿੱਥੇ ਪ੍ਰਮਾਤਮਾ ਜਦੋਂ ਵੀ ਜੁਗੋ ਜੁਗ ਇੱਥੇ ਆਉਂਦਾ। ਤੇ 6ਵਾਂ ਹੈਗਾ ਜਾਂ ਉਹਦੇ ਗੁਰੂ ਪੀਰ ਪੈਗੰਬਰ ਬਹੁਤੇ ਜਿਹੜੇ ਇੱਥੇ ਆਉਂਦੇ ਨੇ। ਚੌਥਾ ਜਿਹੜੇ ਇਹਦੇ ਤੇ ਹਰਨ ਜਮੇ ਕੰਤ, ਇਹ 6ਵਾਂ ਜੀ। ਤੇ ਜਿਹੜਾ ਅੱਗੇ ਹੈਗਾ ਜੀ ਜਿਹੜਾ 7ਵਾਂ ਭਾਗ ਆ ਕੇਹੂ ਮਾਲ ਹੈ, ਤੇ 8ਵਾਂ ਜਿਹੜਾ ਸਨਕਿਆ ਜੀ, ਤੇ 9ਵਾਂ ਪਦਰ ਆ। ਇਹ ਸਾਰੇ ਹਿੱਸੇ ਨੇ। ਤੋ ਭੂਲੋਕ ਭੂਰ ਜਿਹੜੀ ਧਰਤੀ ਆ ਇਹਦੇ ਤੁਸੀਂ ਇਹ ਹਿੱਸੇ ਵੇਖ ਲਏ। 7 ਜਿਹੜੇ ਦੀਪ ਤੇ 9 ਖੰਡ ਵੇਖ ਲਏ ਤੇ 4 ਹਿੱਸੇ ਵੇਖ ਲਏ। ਹੁਣ ਧਰਤੀ ਗੋਲ ਆ। ਜਦੋਂ ਮਨੁੱਖ ਨੇ ਬਾਹਰ ਰੂਪ ਦੇ ਵਿੱਚ ਪਰਖਿਆ ਆਪਣੀਆਂ ਦੂਰਬੀਨਾਂ ਨਾਲ, ਆਪਣੇ ਸੀਸੇ ਨਾਲ, ਤੇ ਜਦੋਂ ਬਾਹਰੀ ਸੀਸੇ ਨਾਲ ਵੇਖਿਆ ਉਸ ਦੂਰਬੀਨਾਂ ਦੇ ਨਾਲ, ਤੇ ਕੀ ਦਿਸਿਆ ਉਹਨੂੰ? ਧਰਤੀ ਗੋਲ ਦਿਸੀ। ਔਰ ਜਦੋਂ ਜਿਹੜੇ ਧਰਮ ਗ੍ਰੰਥਾਂ 'ਚ ਚਿਪਟੀ ਲਿਖੀ ਸੀ, ਬੜਾ ਰੌਲਾ ਪਿਆ ਇਸ ਗੱਲ 'ਤੇ। ਔਰ ਅਖੀਰੀ ਇਹ ਝੂਠ ਹੋਏ ਪਈਏ ਤੇ ਝੂਠ ਲਿਖਿਆ। ਜਦੋਂ ਉਹਨਾਂ ਨੇ ਆਣ ਕੇ ਉਪਗ੍ਰਹਿਆਂ ਨਾਲ ਦੂਹਰੇ ਵੇਂਦੇ ਧਰਤੀ ਗੋਲ ਨਜ਼ਰ ਆਉਂਦੀ ਹੈ। ਔਰ ਜਦੋਂ ਜਹਾਜ਼ 'ਤੇ ਚੜ੍ਹੇ ਫੇਰ ਵੀ ਗੋਲ ਨਜ਼ਰ ਆਈ। ਹੁਣ ਉਹ ਜਿਹੜੀ ਗੋਲ ਆ ਤੇ ਦੂਸਰੇ ਗ੍ਰੰਥ ਆ ਇਹ ਚਿਪਟੀ ਕਿਉਂ ਆ? ਇੱਕ ਤਾਂ ਧਰਤੀ ਬਾਹਰ ਆ ਜਿਹੜੀ ਅਸੀਂ ਸਾਨੂੰ ਦਿਖਾਈ ਦਿੰਦੀ, ਇਹ ਤੇ ਅਕਾਲ ਪੁਰਖ ਚਰਨ ਜਦੋਂ ਰੱਖਦਾ ਤੇ ਧਰਨੀ ਬਣਦੀ ਆ। ਜਦੋਂ ਅਕਾਲ ਪੁਰਖ ਜਦੋਂ ਇਹਦੇ 'ਚ ਅਨਾਜ ਉਤਪਤ ਹੁੰਦਾ, ਜਿਹੜੇ ਦਰਖਤ ਜੋ ਅਸੀਂ ਖਾਣਾ ਖਾਂਦੇ ਹਾਂ ਜਾਂ ਹਰ ਜੀਵ ਨੂੰ ਵੱਖਰਾ ਵੱਖਰਾ ਖਾਣਾ ਦਿੱਤਾ ਹੈ, ਉਦੋਂ ਫਿਰ ਇਹ ਧਰਤ ਰੂਪ ਧਾਰਦੀ ਆ। ਜਦੋਂ ਇਹਦੇ 'ਚ ਉਤਪਤੀ ਕਰਦੀ ਆ ਤੇ ਆਪਣੇ ਵਿੱਚ ਹੀ ਜਿਹੜੀ ਉਤਪਤ ਹੈ ਆਪਣੇ ਵਿੱਚੋਂ ਜੋ ਕਰਦੀ ਉਹ ਆਪਣੇ 'ਚ ਹੀ ਸਮਾ ਲੈਂਦੀ ਆ, ਬਾਹਰ ਮੁੜ ਕੇ ਨਜ਼ਰ ਵੀ ਨਹੀਂ ਆਉਂਦੀ। ਸਾਰੇ ਪਹਾੜ ਦੂਸਰੇ ਟੁੱਟਦੇ, ਸਮੁੰਦਰ ਸਾਰਾ ਕੁਛ ਹੀ ਕਰ ਲੈਂਦੀ ਆ। ਉਹ ਧਵਲ ਬਣ ਜਾਂਦੀ ਹੈ ਤੇ ਧੌਲ 'ਚ ਵਜਨ ਭਾਰ ਚੁੱਕਦੀ। ਇਹਦਾ ਜਿਹੜਾ ਆਪਣੇ ਸਰੀਰ ਵੱਲ ਵੇਖੀ ਹਾਂ, ਆਹ ਹਿੱਸਾ ਜੋ ਅਸਮਾਨ ਜੀ, ਇੱਥੋਂ ਫਿਰ ਸ਼ੁਰੂ ਹੁੰਦੀ। ਧਰਤੀ 'ਚ ਪਾਣੀ ਹੁੰਦਾ, ਤੁਹਾਨੂੰ ਵੇਖਿਆ ਹੀ ਆ, ਮਿੱਟੀ ਦੇ ਪਾਣੀ। ਫਿਰ ਇੱਥੋਂ ਧਰਤੀ ਸਟਾਰਟ ਹੋਈ। 2 ਅੱਖਾਂ, 2 ਕੰਨ, ਨੱਕ, ਮੂੰਹ, ਨੱਕ ਦੇ 2 ਛੇਦ, ਮੂੰਹ 7 ਹੋ ਗਏ। ਇਸ ਤਰ੍ਹਾਂ ਹੀ ਸਾਡੇ ਸਰੀਰ ਦੇ ਜਿਹੜੇ ਅੱਜ ਪ੍ਰਜਨਨ ਕਿਰਿਆ ਦੀ ਦੂਸਰੀ ਲਾਸਟ ਜਿੱਥੋਂ ਪ੍ਰਜਨਨ ਹੁੰਦਾ। ਹੁਣ ਇਹਨਾਂ 'ਚ ਪਹਿਲਾ ਭਾਗ ਕੀ ਆ? ਇੱਥੇ ਚੌਥੇ ਘਰ ਦੇ ਅੱਖਾਂ ਦੇ ਪਿੱਛੇ ਜਿਹੜਾ ਪਰਮਾਤਮਾ ਜਦੋਂ ਕਿਸੇ ਨੂੰ ਦਰਸ਼ ਦਿੰਦਾ ਨਾ, ਤੇ ਇਹ ਜਿਹੜਾ ਕੀ ਬਣਦਾ? ਧਰਨੀ ਬਣ ਜਾਂਦੀ ਹੈ।
ਧਰਤ ਕੀ ਆ, ਇਹ 'ਚੋਂ ਪੈਦਾ ਕੀ ਕਰਦੀਆਂ, ਇਹ ਜਿਹੜੀਆਂ ਸਾਡੇ 'ਚ ਕੀ ਹੁੰਦੇ ਆ, ਵਕਾਰ ਪੈਦਾ ਹੁੰਦੇ ਆ, ਕਾਮ ਕ੍ਰੋਧ ਲੋਭ ਅਹੰਕਾਰ ਹੁੰਦੇ ਆ, ਆਈਡੀਆ ਪੈਦਾ ਹੁੰਦੇ ਆ, ਇਹ ਸਾਰੀਆਂ ਚੀਜ਼ਾਂ, ਕੂੜ ਵਿਕਾਰ ਪੈਦਾ ਹੁੰਦੇ ਆ, ਮਾਇਆ ਪੈਦਾ ਹੁੰਦੀ ਆ, ਜਿਹੜੀ ਹਰ ਚੀਜ਼ ਦੀ ਜਿਹੜੀ ਬਾਹਰ ਅੰਦਰ ਦੇਖਦੇ ਹਾਂ ਅਸੀਂ, ਇਹ ਸਾਰੀਆਂ ਚੀਜ਼ਾਂ ਕਿਹਦੇ 'ਚ ਆ, ਇਹਦੇ ਅਨਾਜ ਜੇ ਸਾਰੀ ਚੀਜ਼ ਮਾਇਆ ਦੀ ਆ। ਲੇਕਿਨ ਇਹਦੇ 'ਚ ਇਹ ਚੀਜ਼ਾਂ ਮਾਇਆਧਾਰੀ ਵਾਸ਼ਨਾਵਾਂ ਪੈਦਾ ਹੁੰਦੀਆਂ, 2 ਅੱਖਾਂ 2 ਕੰਨ 2 ਨੱਕ ਦੇ ਮੂੰਹ ਦੇ ਰਾਹੀਂ, ਅੱਖਾਂ ਰਾਹੀਂ ਵੇਖਦੇ ਹਾਂ, ਕੰਨਾਂ ਰਾਹੀਂ ਸੁਣਦੇ ਹਾਂ, ਨੱਕ ਰਾਹੀਂ ਸੁੰਘਦੇ ਹਾਂ, ਸਮੈਲ ਲੈਂਦੇ ਮੂੰਹ ਰਾਹੀਂ। ਇਹ ਜਿਹੜੀਆਂ ਵਾਸ਼ਨਾਵਾਂ ਵੀ ਕਿਹਦੇ 'ਚ ਪੈਦਾ ਹੁੰਦੀਆਂ, ਇਹ ਵੀ ਪੈਦਾ ਇਹਦੇ 'ਚ ਹੁੰਦੀਆਂ। ਔਰ ਇਹਦੇ 'ਚ ਹੀ ਹਵਾ ਵੀ ਲਈ ਜਾਂਦੀ ਆ, ਅਨਾਜ ਜਿਹੜਾ ਆਣ ਕੇ ਹਵਾ ਜਿਹੜੀ ਉਹ ਅੰਦਰ ਵਰਕ ਕਰਦੀ ਆ। ਇਹ ਸਾਰੀਆਂ ਚੀਜ਼ਾਂ ਕਿੱਥੇ ਉਤਪੰਨ ਹੁੰਦੀਆਂ, ਇੱਥੇ ਹੀ ਕੀੜੇ ਸਾਡੇ ਅੰਦਰ ਜਿਹੜੇ ਵੱਖਰੇ ਮਿੱਤਰ ਕੀੜੇ, ਦੂਗਰੇ ਕੀੜੇ ਸਾਰੇ ਇੱਥੇ ਪੈਦਾ ਹੁੰਦੇ ਹਨ। ਇਹ ਸਾਰੀਆਂ ਚੀਜ਼ਾਂ ਇੱਥੇ ਪੈਦਾ ਹੁੰਦੀਆਂ, ਰਸ ਇੱਥੇ ਪੈਦਾ ਹੁੰਦਾ, ਅੰਮ੍ਰਿਤ ਇੱਥੇ ਪੈਦਾ ਹੁੰਦਾ। ਇਹ ਸਾਰੀਆਂ ਵਾਹਿਨੀਆਂ ਨੇ, ਇਹ ਧਰਤੀ ਆ ਆਖਿਆ। ਲੇਕਿਨ ਇਹਦੀ ਸ਼ਕਲ ਕਿਹਦੀ ਹੈ, ਚਪਟੀ ਆ। ਇਹ ਧਰਤੀ ਗੋਲ ਨਹੀਂ ਗਈ ਹੈਗੀ, ਆ ਚਪਟੀ ਵੇਖੋ। ਜਦੋਂ ਉਹ ਵੀ ਦੂਰਬੀਨ ਰਾਹੀਂ ਆਖਿਆ, ਜਦੋਂ ਉਸੇ ਦੂਰਬੀਨ ਵਾਲੇ ਨੇ ਆਪਣੀ ਸ਼ਕਲ ਵੇਖੀ ਕੀ ਬਣੀ ਸੀ, ਆਪਣੀ ਉਹਨੂੰ ਚਪਟੇ ਨਜ਼ਰ ਆਈ। ਲੇਕਿਨ ਇਹਦੇ 'ਚ ਵੀ ਸਾਰੀ ਚੀਜ਼ ਗੋਲ ਆ, ਅੱਖਾਂ ਦੇ ਆ ਤੁਸੀਂ ਵੇਖੋ ਕੱਲੇ ਆ, ਇਹ 'ਚ ਸਾਰੇ 3.5 ਕਰੋੜ ਰੋਮ ਜਿਹੜੇ ਆ, ਸਾਰੇ ਛੇਕ ਜਿਹੜੇ ਗੋਲ ਗੋਲ ਆ, ਚਮੜੀ ਦਾ ਇੱਕ ਹਿੱਸਾ ਜਿਹੜਾ ਇਹ ਗੋਲ ਆ, ਸਾਰਾ ਇਕੱਠਾ ਹੋਇਆ। ਇਹ ਹਰ ਚੀਜ਼ 'ਚ ਜਿਹੜੀ ਆ, ਨਾੜਾਂ ਕੀ ਦੂਰੇ ਕੀ ਸਭ ਗੋਲ, ਅੱਖਾਂ ਦੀਆਂ ਪਿਤਲੀਆਂ ਸਾਰੀਆਂ ਗੋਲ, ਨੱਕ ਦੇ ਛੇਦ ਸਾਰੇ ਗੋਲ, ਮੂੰਹ ਦੇ ਸਿਰੇ, ਗਲੇ ਦੀਆਂ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੀ ਇੱਥੇ ਸਾਰੇ, ਇਹ ਸਾਰੀ ਚੀਜ਼ ਗੋਲ ਆ। ਇਸੇ ਤਰ੍ਹਾਂ ਸਾਡੀ ਨਾਭੀ, ਇਹ ਸਾਰੇ ਜਿਹੜੇ ਪ੍ਰਜਨਨ ਕਿਰਿਆ ਦੂਸਰੇ ਕੀ ਹਰ ਚੀਜ਼ ਜਿਹੜੀ ਗੁਲਾਈ ਦੇ ਅੰਦਰ ਆ, ਲੇਕਿਨ ਵੇਖਣ ਨੂੰ ਕੀ ਆ, ਚਪਟੀ ਆ। ਇੱਥੇ ਉਹ ਦੂਰਬੀਨ ਕੰਮ ਨਹੀਂ, ਕਿਉਂਕਿ ਉਹਨੇ ਬਾਹਰ ਹੀ ਵੇਖ ਲਈ ਸੀ। ਇੱਕੋ ਧਰਤੀ, 4 ਪਰਦੇ ਨਹੀਂ ਵੇਖੇ, ਇਹਦੇ ਵਿੱਚ ਆ। ਔਰ ਇਹਦੇ ਵਿੱਚ ਹੀ 9 ਖੰਡ ਅਤੇ 7 ਦੀਪ ਨੇ। ਇਹਨਾਂ 'ਚ ਕੀ ਆ, 9 ਖੰਡ ਨੇ ਅਤੇ 7 ਦੀਪ ਆ। ਇਹ ਸਾਰੋਂ 9 ਖੰਡ ਆ ਅਤੇ 9 ਦਰ ਵੀ ਆ, ਨਵ 4 ਵੀ ਬਣਦਾ ਹੈ। 9 ਖੰਡ ਇਹਦੇ 'ਚ ਆ ਅਤੇ 9 ਹੀ ਦਰ ਆ, ਅਤੇ ਇਹਦੇ 'ਚ 9 ਜਿਹੜੇ ਦਰ ਨੇ, ਠੀਕ ਨਹੀਂ, ਇਹ ਜਿਹੜੀਆਂ ਸਾਰੀਆਂ 'ਚ। ਔਰ ਇਹਦੇ 'ਚ 4 ਕੀ ਆ, ਚੌਥਾ ਘਰ ਵੀ ਇਹਦੇ ਵਿੱਚ ਹੈਗਾ। ਅਤੇ ਨਵ 4 ਦੇ ਵਿੱਚ ਜਦੋਂ ਵਾਸ਼ਨਾਵਾਂ ਦਾ ਘੇਰਾ ਬਣ ਜਾਂਦਾ, ਕੂੜ ਵਿਕਾਰ ਆ ਜਾਂਦੇ, ਅਤੇ ਸੁਖਮਨਾ ਟੇਢੀ ਬੰਕ ਦਵਾਰ ਦਾ ਕੰਮ ਕੀ ਆ, ਖਤਮ ਹੋ ਜਾਂਦਾ। ਔਰ ਚੌਥੇ ਘਰ ਦੇ ਉੱਤੇ ਕੀ ਆ, ਸਾਰੀ ਵਾਸ਼ਨਾਵਾਂ ਦਾ 2 ਅੱਖਾਂ 2 ਕੰਨ 2 ਨੱਕ ਮੂੰਹ, ਜੋ ਵਾਸ਼ਨਾਵਾਂ ਲੈਂਦੇ ਆ ਉਹੀ ਉਹੋ ਜਿਹਾ ਅੰਨ ਲੈਂਦੇ ਅਤੇ ਉਹੋ ਜਿਹਾ ਮਨ ਬਣ ਜਾਂਦਾ। ਔਰ ਇਹਦੇ ਕਰਕੇ ਮੁੜ ਕੇ ਫਿਰ ਇੱਥੇ ਕੀ ਬਣਦਾ, ਫਿਰ ਇਹ ਨਵ 4 ਯਾਨੀ ਕਿ 9 ਖੰਡਾਂ ਅਤੇ 9 ਦੀਵਾਰਿਆਂ ਦੇ ਵਿੱਚ ਚੌਥੇ ਘਰ 'ਤੇ ਕੀ ਬਣ ਜਾਂਦਾ, ਇਹ ਸਾਰੀ ਕਹਾਣੀ ਜਿਹੜੀ ਆ ਪਰਾ ਬਸੰਤੀ ਮਧਮ ਵੈਖਰੀ 'ਚ ਕੀ ਆ ਜਾਂਦਾ, ਉਹ ਜੇ ਬੋਲ ਉਹੋ ਜਿਹੀ ਭਾਸ਼ਾ ਕੂੜ ਵਿਕਾਰ ਆਉਂਦਾ। ਇਹ ਸਾਰਾ ਹੀ ਸਰੀਰ ਜਿਹੜਾ ਨਵ 4 ਦੇ ਵਿੱਚ ਇਹਦੇ ਵਿੱਚ ਫਿਰ ਇਹ ਜਦੋਂ ਕੂੜ ਭਰ ਜਾਂਦਾ ਅਤੇ ਫਿਰ ਅਕਾਲ ਪੁਰਖ ਜਿਹੜਾ ਆਉਂਦਾ ਆ ਇਹਦੇ ਵਿੱਚ, ਫਿਰ ਉਹਦੀ ਆਉਂਦੀ ਆ ਅਤੇ ਫਿਰ ਉਹ ਦਿੰਦਾ। ਇਸ ਤਰ੍ਹਾਂ ਇਹ 994 ਚੌਂਕੜੀ ਯੁੱਗ ਵੀ ਆ। 994 ਚੌਂਕੜੀ, 4 ਯੁੱਗ ਦਾ ਇੱਕ ਚੌਂਕੜੀ ਹੁੰਦੀ ਆ। ਇਹੋ ਜਿਹੇ 994 ਵਾਰੀ ਚੌਂਕੜੀਆਂ ਜਦੋਂ ਲੰਘ ਜਾਂਦੀਆਂ, ਯਾਨੀ ਕਿ ਸ਼ਿਵ ਦਾ ਅਤੇ ਬ੍ਰਹਮਾ ਦਾ ਇੱਕ ਦਿਨ ਬਣਦਾ, ਸਾਡੇ ਭੁਆਂਟੀਆਂ ਪਹੁੰਚ ਜਾਂਦੀਆਂ 4 ਅਰਬ 29 ਕਰੋੜ 40 ਲੱਖ 80 ਹਜ਼ਾਰ ਸਾਲ 14 ਮਨਵੰਤਰ 'ਚ, ਅਤੇ 30 ਕਰੋੜ 67 ਸਾਲ ਬਾਅਦ ਇੰਦਰ ਜਿਹੜਾ ਬਦਲਦਾ। ਔਰ ਇਹ ਜਿਹੜਾ ਆ 14 ਮਨਵੰਤਰਾਂ ਦੇ ਵਿੱਚ ਇਹ ਖੇਲ ਚੱਲਦਾ ਧਰਤੀ ਦੇ ਉੱਤੇ। ਅਤੇ ਇਹ ਜਿਹੜੀ ਆ ਨਵ 4 ਬਾਅਦ ਹਰ 4 ਯੁੱਗ ਬਾਅਦ ਜਿਹੜੇ ਅਵਤਾਰ ਪੈਗੰਬਰ ਗੁਰੂ ਆਉਂਦੇ ਨੇ, ਅਤੇ 4 ਯੁੱਗ ਬਾਅਦ ਜੋ ਬਣੀ ਆ ਸਭ ਚੀਜ਼ ਧਰਤੀਆਂ ਦੀ ਜੋ ਰਚਨਾ ਉਹ ਲਾ ਕੇ ਉਹ ਮਰਦਾ। ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਤੋਂ 7 ਯੁੱਗ ਤੋਂ ਪਹਿਲਾਂ ਕਿਹੜਾ ਧਰਮ ਗ੍ਰੰਥ ਸੀ, ਕਿਹੜੀ ਉਹਦਾ ਨਾਮ ਸੀਗਾ, ਕਿਹੜਾ ਉਹਦਾ ਨਿਸ਼ਾਨ ਸੀਗਾ, ਕਿਹੋ ਜਿਹੇ ਧਾਮ ਹੋਣਗੇ ਉਦੋਂ ਦੇ, ਦੁਬਾਰੇ ਕਿਹੋ ਜਿਹੇ ਹੋਣਗੇ ਧਰਮ ਦੇ, ਔਰ ਕਿਹੋ ਜਿਹੇ ਕਾਨੂੰਨ ਹੋਣਗੇ, ਨਹੀਂ ਪਤਾ। 7 ਯੁੱਗ ਤੋਂ ਸ਼ੁਰੂ ਆਪਾਂ ਨੂੰ ਪਤਾ, ਜਿੱਥੋਂ ਆ ਗਏ ਵੇਦ ਆ ਗਏ, ਪੁਰਾਣ ਆ ਗਏ, ਦੂਸਰੇ ਆ ਗਏ, ਜਾਂ ਬਾਈਬਲ ਤੱਕ ਆ ਗਈ, ਕੁਰਾਨ ਆ ਗਈ, ਸਾਹਿਬ ਗੁਰੂ ਗ੍ਰੰਥ ਸਾਹਿਬ ਆ ਗਏ, ਹੁਣ ਹਰ ਬਾਣੀ ਆ ਗਈ। ਇਹ ਪਤਾ ਆਪਾਂ ਨੂੰ, ਹੋਰ ਨਹੀਂ ਪਤਾ। ਇਸ ਕਰਕੇ ਹਰ ਵਾਰੀ ਹਰ 4 ਯੁੱਗ ਬਾਅਦ ਉਹ ਨਸ਼ਟ ਕਰ ਦਿੰਦਾ। ਇਸ ਕਰਕੇ ਜਿਹੜਾ ਸਾਡੇ ਸਿਸਟਮ ਆ ਇਹ ਸਾਰਾ ਹੀ ਇਸੇ ਤਰ੍ਹਾਂ ਚੱਲਦਾ। ਇਹ ਨਵ 4 ਅਤੇ 994 ਚੌਂਕੜੀ ਯੁੱਗ ਬਾਅਦ ਇਹ ਬਾਡੀ ਦੇ ਅੰਦਰ ਵੀ ਆ, ਬਾਹਰ ਵੀ ਆ, ਇਹੋ ਧਰਤੀ ਅੰਦਰ ਆ। ਹੁਣ ਪਰਮਾਤਮਾ ਜਦੋਂ ਇੱਥੇ ਦਰਸ਼ ਦਿੰਦਾ ਅਤੇ ਉਹ ਬਣ ਜਾਂਦੀ ਧਰਨੀ। ਅਤੇ ਜਦੋਂ ਇਹ ਉਤਪਤੀ ਕਰਦਾ ਹੋਏ ਆ, ਜਦੋਂ ਉਤਪਤੀ ਸਮਾਉਂਦੀ ਆ, ਕਿੰਨੇ ਸੈੱਲ ਬਣਦੇ ਅਤੇ ਕਿੰਨੇ ਮੁੜ ਕੇ ਫਿਰ ਉਹ ਸਮਾ ਜਾਂਦੇ, ਪਤਾ ਹੀ ਨਹੀਂ ਲੱਗਦਾ ਕਿੱਥੇ ਚੱਲ ਜਾਂਦੇ ਆ। ਇਹ ਸਾਰੀ ਉਤਪਤੀ ਹੁੰਦੀ ਆ ਸੈੱਲਾਂ ਦੀ। ਇਹਦਾ ਜਿਹੜੇ ਐਂਜ਼ਾਈਮ ਜਿਹੜੇ ਵੇਖਦੇ ਨੇ ਟੁੱਟਦੇ ਅਤੇ ਵੱਧਦੇ ਨੇ, ਠੀਕ ਹੈ ਨਹੀਂ, ਕਦੀ ਖਤਮ ਹੁੰਦੇ ਆ, ਉਦੋਂ ਰੂਪ ਬਣਦੇ ਧਵਲ ਦਾ। ਇਹ ਫਿਰ ਇਹ ਭਾਰ ਚੁੱਕਦਾ, ਹਰ ਚੀਜ਼ ਦਾ ਭਾਰ ਆ। ਵੇਖੋ ਬੋਡੀ ਦੇ ਅੰਦਰ ਕੀ ਆ, ਇਹ ਸਾਰੀਆਂ ਚੀਜ਼ਾਂ ਦੇ ਭਾਰ ਨੇ। ਅੱਖਾਂ ਦੇ ਅੰਦਰ ਇਹਦੇ 'ਚ ਦੂਰੀਆਂ ਜਿੰਨੀਆਂ, ਇਹੋ ਹੀ ਗਿਆਨ ਇੰਦਰੀਆਂ, 2 ਅੱਖਾਂ
ਤੇ 2 ਕੰਨ ਤੇ ਮੂੰਹ, ਇਹ ਸਾਰਾ ਗਿਆਨ ਇੰਦਰੀਆਂ। ਇੱਥੋਂ ਹੀ ਗਿਆਨ ਦੇ ਵਿੱਚ ਬੰਦਾ ਚੱਲਦਾ ਹੈਗਾ। ਬੋਲੀ ਭਾਸ਼ਾ ਸਾਰੀ ਇਹਦੇ 'ਚ ਹੀ ਪਵਨ ਦਾ ਵਾਜਾ ਵੱਜਦਾ 9 ਦੁਆਰਿਆਂ ਦੇ ਅੰਦਰ, ਬਾਕੀ ਕਿਤੇ ਨਹੀਂ ਪਵਨ ਦਾ ਵਾਜਾ। ਇਹ ਆ ਜਿਹੜੇ 9 ਦੁਆਰੇ ਆ ਇਹਨਾਂ ਦੇ ਪਵਨ ਦਾ ਵਾਜਾ, ਲੇਕਿਨ ਇੱਥੇ ਅਨਹਦ ਵਾਜਾ ਵੱਜਦਾ। ਇੱਥੇ ਢੋਲਕੀਆਂ ਛਾਣਿਆਂ ਦੀ ਲੋੜ ਨਹੀਂ ਹੈਗੀ। ਸੋ ਇਹ ਸਾਰੀ ਜਿਹੜੀ ਕਹਾਣੀ ਆ ਪਰਮਾਤਮਾ ਨੇ ਜਿਹੜੀ ਇੱਥੋਂ ਲਾ ਕੇ ਫਿੱਟ ਕੀਤੀ ਅਸਮਾਨ ਨੇ। ਔਰ ਇਹ ਦੂਸਰਾ ਇਹਦੇ 'ਚ ਹੀ ਜਿਹੜੀ ਗੱਲ ਹੈਗੀ ਆ ਕਿ ਜਿਹੜੇ ਬਾਹਰ ਵੀ ਇਸੇ ਤਰ੍ਹਾਂ ਹੀ ਇੱਥੇ ਧਰਤ ਪੈਦਾ ਹੁੰਦੀ, ਇਹਦੇ ਧਵਲ ਜਿਹੜੀ ਆਦੀ ਆ ਤੇ ਵਜਨ ਚੁੱਕਦੀ। ਇਹ 'ਚ ਕੀ ਆ, ਦਿਲ ਵੇਖੋ, ਜਿਗਰ ਹੈ, ਫੇਫੜਾ ਹੈ, ਕਿਡਨੀਆਂ ਔਰ ਹਰ ਚੀਜ਼ ਆ, ਜਾਣੀ ਕਿ ਲੰਗਸ ਆ, ਸਾਡਾ ਇਹ ਚੀਜ਼ ਆ, ਸਾਰੀ ਇਹ ਧੁੰਨੀ ਹੈ, ਇਹ ਸਾਰੀ ਚੀਜ਼ ਜੁੜੀ ਹੋਈ ਆ, ਸਾਰੀ ਚੀਜ਼ ਭਾਰ ਚੁੱਕਦੀ ਹੈ। ਇਹਦੇ ਥੱਲੇ ਛਲਾਂਗਾਂ ਕੀ ਨੇ, ਬਚਪਾ ਵੀ ਵੇਖੋ ਇੱਥੇ ਵੀ ਉਤਪਤੀ ਹੁੰਦੀ ਆ, ਆਖੇ ਨਾ ਉਤਪਤੀ ਹੁੰਦੀ ਆ, ਧਰਤ ਕਿੱਦਾਂ ਬਣਦੀ ਆ। ਇੱਥੋਂ ਲਾ ਕੇ ਇੱਥੋਂ ਤੱਕ ਜਿਹੜਾ ਲਾਸਟ ਸਿਰਾ ਇਹਦਾ, ਇਹਦੇ 'ਚ ਆ ਕੇ ਵੇਖੋ ਜੀ ਉਹ ਮਨੁੱਖ ਪੈਦਾ ਹੁੰਦਾ ਹਰ ਜੀਵ ਦੇ ਵਿੱਚ ਹੀ। ਔਰ ਉਹ ਜਿਹੜਾ ਇੱਥੇ ਹੀ ਪੈਦਾ ਹੋ ਕੇ ਇੱਥੇ ਹੀ ਆਖਰੀ ਰਾਹ ਆ ਧਰਤੀ ਦੇ ਉੱਤੇ, ਜਿੱਥੇ ਉਹ ਪੈਦਾਇਸ਼ ਹੋ ਕੇ ਆਉਂਦੀ ਆ। ਤੋ ਇਹ ਜਿਹੜਾ ਸਭ ਤੋਂ ਹੇਠਲਾ ਪਾਰਟ ਆ। ਔਰ ਇਹਦੇ ਵਿੱਚ ਹੀ ਕੁੱਖ 'ਚ ਜਿਹੜਾ ਜਨਮ ਲੈਂਦਾ ਬੱਚਾ, ਤੋ ਸਾਰੀ ਉਤਪਤੀ ਇੱਥੇ ਹੁੰਦੀ ਹੈ। ਇਸ ਤਰ੍ਹਾਂ ਸਰੀਰ ਦੇ ਅੰਦਰ ਸਾਰਾ ਖੇਲ ਚੱਲਦਾ ਹੈ। ਤੋ ਕਹਿਣ ਦਾ ਭਾਵ ਹੈ ਕਿ ਇੱਥੋਂ ਨਵੀਂ ਧਰਤੀ ਜਿਹੜੀ ਆ ਬਣਦੀ ਹੈ, ਧਰਤੀ ਤੋਂ ਧਰਤੀ ਬਣਦੀ ਹੈ। ਔਰ ਇਹਦੇ 'ਚ ਫਿਰ ਅਸਮਾਨ, ਦੂਸਰੇ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ ਤੇ ਉਹਦੇ ਵਿੱਚ ਫਿਰ ਉਹੀ ਨੂਰ ਰੱਖਿਆ ਜਾਂਦਾ। ਤੋ ਕਹਿਣ ਦਾ ਭਾਵ ਹੈ ਕਿ ਅੰਦਰ ਆਹ ਹਿੱਸਾ ਚਪਟੀ, ਲੇਕਿਨ ਸਾਰੀ ਗੋਲ ਹਰ ਚੀਜ਼ ਗੋਲ ਹੈ। ਜਰਾ ਸਿਫਰ ਹੀ ਬਣਤਰ ਹੈ। ਬੋਡੀ ਸਾਰੀ ਸਿਫਰ ਹੀ ਆ, ਸਿਫਰ ਰੂਪ ਹੈ ਸਾਰੀ। ਕੋਈ ਇਹ 3.5 ਕਰੋੜ ਰੋਮ ਸਾਰੇ ਗੋਲ। ਅੱਖਾਂ ਦੇ ਹਰ ਪੁਤਲੀ ਵੇਖੋ ਗੋਲ, ਨੱਕ ਦੇ ਛੇਦ ਜੜੇ ਦੂਸਰੇ ਸਭ ਗੋਲ। ਇਸ ਤਰ੍ਹਾਂ ਹੀ ਸਾਰੀਆਂ ਨਾੜੀਆਂ ਗੋਲ, ਹੱਡੀ ਦੀਆਂ ਹਿੱਸੀਆਂ ਗੋਲਾਈ ਦੇ ਵਿੱਚ। ਇਹਦੇ ਇੱਕ ਜਰਾ ਨਿੱਕਾ ਕਾਣ ਹੈ ਜੁੜਿਆ ਹੋਇਆ। ਇਸ ਤਰ੍ਹਾਂ ਬਾਹਰ ਦੀ ਧਰਤੀ ਦਾ ਹਰ ਕਾਣ ਜਿਹੜਾ ਗੋਲ ਜਿਹੜੇ ਨਿੱਕੇ ਮਿੱਟੀ ਦੇ ਕਾਣ, ਸਮੁੰਦਰ ਦਾ ਹਰ ਪਾਣੀ ਦਾ ਗੋਲ, ਹਰ ਜੀਵ ਜੰਤ ਦੇ ਹਿੱਸੇ ਗੋਲ। ਇਹ ਸਾਰੇ ਸਿਫਰੇ ਰੂਪ ਨੇ। ਕਿਸੇ ਨੂੰ ਇਹਦੇ ਵਿੱਚ ਹੀ ਆਉਂਦਾ ਗੋਲ 'ਚ ਹੀ ਉਹ ਸਾਰੀ ਰਚਨਾ ਰਚ ਕੇ ਰੱਖ ਦਿੰਦਾ। 1 ਤੇ 2 ਦੀ ਬਣਤਰ ਹੋ ਜਾਂਦੀ ਹੈ। ਤੋ ਇਹਦੇ ਵਿੱਚ ਹੀ ਉਹ ਕਹਿੰਦਾ ਹੈ ਕਿ ਜਦੋਂ ਤੁਸੀਂ ਅੰਦਰ ਨੂੰ ਆਪਣੇ ਸੀਸੇ ਨਾਲ, ਇਹ ਵੀ ਕੈਮਰਾ ਹੈ, ਜਦੋਂ ਸੀਸੇ ਨਾਲ ਵੇਖਦੇ ਆ ਉਹ ਵੀ ਸੀਸੇ ਨਾਲ ਵੇਖਦੇ ਆ, ਜਿਹੜੀ ਦੂਰਬੀਨ ਆ ਬਾਹਰ ਵੇਖੀ ਮਨੁੱਖਾਂ ਨੇ, ਉਸੇ ਹੀ ਮਨੁੱਖ ਨੇ ਜੇ ਆਪਣਾ ਆਪ ਵੇਖਿਆ ਹੁੰਦਾ ਤੇ ਆਹ ਧਰਤੀ ਦਿਸ ਪੈਣੀ ਸੀ। ਨਵ ਚਾਰ ਦਾ ਖੇਲ ਸਮਝਾਉਣਾ ਸੀ। 994 ਚੌਂਕੜੀ ਯੁੱਗ ਬਾਅਦ ਕਿੱਦਾਂ 4 ਪਰਦੇ ਨੇ, ਉਹਨੂੰ 4 ਪਰਦਿਆਂ ਦਾ ਗਿਆਨ ਹੋਣਾ ਸੀ। ਲੇਕਿਨ ਉਹਨੇ ਬਾਹਰ ਖੋਜ ਕੀਤੀ, 1 ਪਰਦੇ ਦਾ ਗਿਆਨ ਹੋਇਆ। ਉਹ ਸਾਰਾ ਆਲ ਓਵਰ ਵੇਖਿਆ, ਧਰਤੀ ਗੋਲ ਨਿਕਲੀ। ਜਦੋਂ ਇਹ ਵੇਖਿਆ ਤਾਂ ਧਰਤੀ ਦੇ 4 ਹਿੱਸੇ ਵੇਖੇ। ਜਦੋਂ ਉਸ ਧਰਤੀ ਨੂੰ ਵੀ ਵੇਖਿਆ, ਜਦੋਂ ਰੂਹਾਨੀਅਤ ਆਧਾਰ 'ਤੇ ਵੇਖਿਆ ਤਾਂ ਉਹਦੇ ਵੀ 4 ਪਰਦੇ ਨਿਕਲੇ ਕਿ ਉੱਥੇ ਹੀ ਪਰਮਾਤਮਾ ਆ ਕੇ ਛੂੰਹਦਾ, ਉੱਥੇ ਹੀ ਅਨਾਜ ਪੈਦਾ ਹੁੰਦਾ ਬਾਹਰਲੀ ਧਰਤੀ 'ਤੇ ਵੀ। ਉਸ ਤਰ੍ਹਾਂ ਉਤਪਤੀ ਹੁੰਦੀ ਅਤੇ ਸਮਾ ਜਾਂਦੀ, ਕੋਈ ਪਤਾ ਨਹੀਂ ਲੱਗਦਾ, ਰਾਖ ਬਣ ਕੇ ਕਿੱਧਰ ਨੂੰ ਜੀਵ ਤੁਰੇ ਜਾਂਦੇ ਆ। ਇਸੇ ਤਰ੍ਹਾਂ ਹੀ ਵਜਨ ਭਾਰ ਵੀ ਚੁੱਕਣ ਡਈ ਆ ਧੌਲ ਬਣ ਕੇ। ਤੋ ਇਹ ਸਾਰਾ ਇਹ ਸਾਰਾ ਇਸੇ ਤਰ੍ਹਾਂ ਹੀ ਹਜ਼ਰਤ ਈਸਾ ਨੇ ਲਿਖਿਆ ਕਿ ਉਹਦਾ ਅਸਮਾਨ ਖੁੱਲ੍ਹਾ ਹੋਇਆ ਵੇਖਦਾ, ਪ੍ਰਭੂ ਚੋਰਾਂ ਦੀ ਤਰ੍ਹਾਂ ਆਉਂਦਾ। ਹੁਣ ਆਤਮਾ ਕਿੱਦਾਂ ਪੈਂਦੀ, ਚੋਰਾਂ ਦੀ ਤਰ੍ਹਾਂ। ਹੁਣ ਅਸਮਾਨ ਅੱਜ ਵੀ ਦੁਨੀਆ ਜਿਹੜੀ ਬਾਹਰ ਦੀ ਵੇਖਣ ਡਈ ਆ, ਪਹਿਲਾਂ ਅਸਮਾਨਾਂ 'ਚ ਚੋਰਾਂ ਦੀ ਤਰ੍ਹਾਂ ਸਾਜ਼ ਵੱਜਦੇ ਆਉਣੇ ਆ। ਇੱਥੇ ਅਨਹਦ ਰਾਗ ਵੱਜਦਾ, ਇੱਥੇ ਆ ਢੋਲਕੀ ਸੈਣੇ ਨਹੀਂ ਵੱਜਦੇ। ਇਹਦੇ 'ਚ ਉਹਦੀਆਂ ਫੌਜਾਂ ਚਿੱਟੇ ਸਾਬਕਤਾਨੀ ਕੱਪੜੇ ਪਾਉਣਗੀਆਂ। ਤਾਂ ਫੌਜਾਂ ਕੀ ਆ, ਇੱਥੇ ਆਤਮਾ ਰੂਹਾਂ ਜਿਨ੍ਹਾਂ ਨੂੰ ਰੰਗ ਚੜਿਆ ਹੋਊਗਾ, ਵਾਈਟ ਰੰਗ ਚੜਿਆ ਹੋਊ ਸਫੈਦ ਦਾ, ਔਰ ਉਹਦੀ ਵਾਈਟ ਜਿਹੜੀ ਉਹਦੀ ਵਰਦੀ ਹੋਊਗੀ ਅਤੇ ਉਹਦੇ 'ਚ ਪ੍ਰੇਮ ਦਾ ਰੰਗ ਚੜਿਆ ਹੋਣਾ ਲਾਲ, ਅਤੇ ਉਹ ਲਾਲਨ ਨੇ ਲਾਲ ਰੰਗ ਲਾਉਣਾ, ਅਤੇ ਜਿਹੜੀ ਚਿੱਟੀ ਧਾਰੀ 'ਤੇ ਹੋਣਾ ਸਫੈਦ ਧਾਰੀ ਦੇ ਵਿੱਚ ਇਹ ਆਤਮਾਵਾਂ। ਅਤੇ ਉਹਦੇ ਵਿੱਚ ਉਹ ਆਉਂਦਾ ਕਿ ਉਹ ਪਰਮਾਤਮਾ ਦਾ ਆਉਣਾ ਹੋਵੇਗਾ ਧਰਤੀ 'ਤੇ, ਯਾਨੀ ਕਿ ਧਰਨੀ ਜਿਹੜੀ ਇਹਨੂੰ ਭਾਗ ਲੱਗਣਾ, ਬਾਹਰ ਦੀ ਨੂੰ ਵੀ ਅਤੇ ਇਹਨੂੰ ਵੀ। ਉਹ ਜਿਹੜੇ ਭਾਗ ਲੱਗਣੇ ਆ ਅਤੇ ਉਹ ਕਿਹੜੇ ਰੂਪ ਵਰਤ ਜਾਣੇ ਆ, ਉਹਦੇ ਦਰਸ਼ਨ ਨਾ ਪ੍ਰਕਾਸ਼ ਇੱਥੇ ਅੰਦਰ ਨਜ਼ਰ ਆਉਣਾ ਉਹਨੂੰ, ਉਹਦਾ ਪਰਦਾ ਉਹਨੇ ਖੋਲ੍ਹਣਾ, ਆਪਣੀ ਕੋਸ਼ਿਸ਼ ਨਹੀਂ ਹੋਣੀ। ਕਿਉਂਕਿ ਇਹ ਸਾਰੇ ਜਿਹੜੇ ਆ ਇਹ ਵਾਸ਼ਨਾਵਾਂ ਨਾਲ ਭਰੇ ਹੋਣੇ ਆ। 2 ਅੱਖਾਂ, 2 ਕੰਨ, ਨੱਕ ਅਤੇ ਮੂੰਹ, ਇਹ ਵਾਸ਼ਨਾਵਾਂ ਲੈਂਦੀਆਂ। ਅੱਖਾਂ ਜੋ ਦੇਖਦੀਆਂ ਉਹੀ ਜਿਹੜਾ ਖਾਂਦੀਆਂ ਜੋ ਚੀਜ਼ ਬਾਹਰ ਦੇ ਵੇਖਦੀਆਂ, ਕੰਨ ਜੋ ਸੁਣਦੇ ਆ, ਨੱਕ ਜੋ ਸਮੈਲ ਲੈਂਦੇ ਆ, ਮੂੰਹ ਚੱਲਦੇ ਆ, ਇਹਨਾਂ ਵਿੱਚ ਹੀ ਬੰਦਾ ਜਿਹੜਾ ਹੋ ਜਾਂਦਾ। ਫਿਰ ਮਨ ਕੀ ਬਣ ਜੂਗਾ, ਜਿਹੜਾ ਉਹ ਮਨ ਜਿਹੜਾ ਆ ਉਹ ਵਿਕਾਰਾਂ ਨਾਲ ਭਰ ਜੂਗਾ। ਜੈਸਾ ਖਾਧਾ ਅਤੇ ਅੰਨ ਅਤੇ ਉਹੋ ਜਿਹਾ ਮਨ ਬਣ ਜਾਣਾ ਸੰਸਾਰ ਦੇ ਅੰਦਰ। ਅਤੇ ਇਹ ਸਾਰੀ ਕਹਾਣੀ ਜਿਹੜੀ ਸੰਸਾਰ ਦੇ ਅੰਦਰ ਹੋਣੀ ਆ, ਫਿਰ ਉਹਨੇ ਆਣ ਕੇ ਉਤਰਨਾ। ਉਹਦੀਆਂ ਫੌਜਾਂ ਚਿੱਟੇ ਸਾਬਕਤਾਨੀ ਵਿਕੜੇ ਜਿਹੜੇ ਬਾਹਰੋਂ ਨਹੀਂ ਦਿਸਣਾ, ਲੱਭਿਓ ਨਾ। ਇਹਦੇ ਵਿੱਚ ਉਹਨੇ ਕਿਹੜਾ ਆ, ਉਹਦੇ ਸੀਸ 'ਤੇ ਕਈ ਮੁਕਟ ਹੋਣਗੇ, ਉਹਦੇ ਉੱਤੇ ਉਹਦਾ ਨਾਂ ਲਿਖਿਆ ਹੋਊਗਾ। ਧਰਤੀ ਦੇ ਲੋਕ ਅਰਥ ਨਹੀਂ ਜਾਣਦੇ, ਉਹ ਉਹਦੀ ਛਾਤੀ 'ਤੇ ਪੱਟਦੇ ਹੋਏਗਾ। ਹੁਣ ਉਹਦੀ ਛਾਤੀ 'ਤੇ ਪੱਟ ਕੇ ਕਿਹੋ ਜਿਹਾ ਹੋਣਾ, ਉਹਦੇ ਉੱਤੇ ਉਹਦਾ ਨਾਂ ਲਿਖਿਆ ਹੋਣਾ। ਅਤੇ ਫੌਜਾਂ ਚਿੱਟੇ ਸਾਬਕਤਾਨੀ ਜਿਹੜੇ ਰੂਹਾਂ ਦੀ ਕਹਾਣੀ ਹੋਣੀ ਆ, ਉਹ 'ਚ ਪ੍ਰਕਾਸ਼ ਹੋਇਆ ਹੋਣਾ। ਔਰ ਚੋਰਾਂ ਦੀ ਤਰ੍ਹਾਂ ਜੇ ਸਾਹਮਣੇ ਇਹਨਾਂ ਸਮਾਨਾਂ 'ਚ ਹੋਇਆ, ਅਤੇ ਫਿਰ ਉਹੀ ਉਹਦੀ ਖੋਜ ਵਾਂਗੂ ਉਹ ਰਹਿ ਜਾਣੀ ਕਹਾਣੀ।
ਤੇ ਚਪਟੀ ਨਹੀਂ ਸਮਝਾਈ ਜਾਣੀ ਤੇ ਗੋਲ ਵੀ ਨਹੀਂ ਸਮਝਾਈ ਜਾਣੀ, ਕਿਉਂਕਿ ਇਹ ਗੋਲ ਵੀ ਆ ਤੇ ਚਪਟੀ ਵੀ ਆ। ਇਸ ਕਰਕੇ ਫਿਰ ਉਹਨਾਂ ਸਮਾਨਾਂ ਨੂੰ ਵੇਖਣਾ ਤੇ ਚੋਰ ਨਹੀਂ ਹੋ ਸਕਦਾ, ਡਾਕੂ ਹੋ ਸਕਦਾ, ਆਮੋ ਸਾਹਮਣੇ ਆਉਣਾ। ਤੋ ਇਸ ਕਰਕੇ ਅੰਡਰਸਟੈਂਡ ਕਰਨ ਦੀ ਲੋੜ ਹੈ। ਤੋ ਧਰਨੀ ਦੇ ਕਿੰਨੇ ਪਰਦੇ ਨੇ? 4। ਤੇ ਧਰਨੀ ਕੀ ਆ? ਗੋਲ ਵੀ ਆ ਤੇ ਚਿਪਟੀ ਵੀ ਆ। ਤੇ ਬਾਹਰ ਵੀ ਕਿੱਦਾਂ ਆ? ਬਾਹਰ ਕੀ ਹੈਗੀ ਆ? ਗੋਲ ਹੈ। ਔਰ ਇਸੇ ਤਰ੍ਹਾਂ ਹੀ ਉਹਦੇ 'ਚ ਪਤਾਲ ਜਿਹੜਾ ਹੇਠਾਂ ਜਿਹੜੀਆਂ ਸਾਡਾ ਜਿੱਦਾਂ ਕਿ ਸਾਡੇ ਪੈਰਾਂ ਤੱਕ ਜਿਹੜਾ ਰਸਤਾ ਜਾਂਦਾ, ਫਿਰ ਇਹ ਤੋਂ ਧਰਨੀ ਤੋਂ ਪੈਦਾਇਸ਼ ਤੋਂ ਬਾਅਦ ਫਿਰ ਉਹ ਜਿਹੜਾ ਪਤਾਲ ਨੇ। ਤੋ ਆਓ ਫਿਰ ਇਹ ਧਰਨੀ ਦੇ ਕਿੰਨੇ ਪਰਦੇ ਨੇ? ਧਰਤੀ ਦੇ ਕਿੰਨੇ ਪਰਦੇ? 4। ਧਰਨੀ, ਧਰਤ, ਧਵਲ, ਧੌਲ। ਤੇ ਧਰਨੀ ਕੀ ਆ? ਜਿੱਥੇ ਚਰਨ ਰੱਖਦਾ। ਧਰਤ ਕੀ ਹੈ? ਜਿੱਥੋਂ ਅਨਾਜ ਉਤਪੰਨ ਹੁੰਦਾ। ਧਵਲ ਕੀ ਹੈ? ਜਿਹੜੀ ਉਤਪਤੀ ਉਹਦੇ ਵਿੱਚ ਹੀ ਸਮਾ ਜਾਂਦੀ ਆ। ਔਰ 4 ਕੀ ਆ? ਧੌਲ ਜਿਹੜਾ ਵਜਨ ਕਰਦੀ ਹੈ। ਤੋ ਇਹ 9 ਖੰਡ 7 ਦੀਪ ਨੇ ਜੀ। ਇਹ 994 ਚੌਂਕੜੀ ਯੁੱਗ ਬਾਅਦ ਅਕਾਲ ਪੁਰਖ ਫਿਰ ਇੱਥੇ ਆਉਂਦਾ, ਫਿਰ ਇਸ ਧਰਤੀ ਨੂੰ ਇੱਥੇ ਆਣ ਕੇ ਚਰਨ ਰੱਖਦਾ ਹੈ। ਔਰ ਇਹ ਧਰਤੀ ਜਿਹੜੀ ਆ ਗਦਗਦ ਹੁੰਦੀ ਹੈ ਤੇ ਉਹ ਪ੍ਰਕਾਸ਼ ਹੋ ਜਾਂਦਾ। ਉਹ ਅੱਜ ਦਾ ਟਾਈਮ ਜੋ ਅੱਜ ਤੁਹਾਨੂੰ ਨਵ ਵਿਚਾਰ ਬਾਅਦ ਅਕਾਲ ਪੁਰਖ ਨੇ ਦਰਸ਼ ਦੇਣੇ ਜੋ, ਸਾਵਧਾਨ ਹੋ ਜੋ, ਪਰਮਾਤਮਾ ਦਾ ਮੌਕਾ ਜੋ ਇਸ ਧਰਤੀ ਨੂੰ ਵੀ ਭਾਗ। ਤੇ ਇਹ ਆ, ਇਹ ਸਮਾਂ ਲੰਘ ਗਿਆ ਮਿੱਤਰੋ। ਇਹ ਸਮਾਂ ਦਿੱਤਾ ਸੀ, ਸਾਰਿਆਂ ਨੇ ਆਖਿਆ 2000 ਕਿ ਕਿਹੜੇ 'ਚ ਲਿਖਿਆ ਸੀ? ਵੇਦ ਵਿਆਸ ਜੀ ਨੇ ਪੁਰਾਣਾ 'ਚ 2 ਪਾ ਕੇ 3 ਜ਼ੀਰੋ ਨੰਗੀਆਂ ਸੀ। ਕ੍ਰਿਸ਼ਨ ਮਹਾਰਾਜ ਕਿਹਾ ਇੱਕ ਸੰਸਰ 900 ਦੇ ਉੱਪਰ ਅਕਾਲ ਪੁਰਖ ਆ ਜਾਏਗਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਅਕਾਲ ਪੁਰਖ ਦਾ ਖੇਲ ਢਈਏ ਤੋਂ ਬਾਅਦ ਸ਼ੁਰੂ ਹੋ ਜਾਏਗਾ, ਯਾਨੀ ਕਿ 950 ਤੱਕ। ਔਰ ਇਹ ਜਿਹੜਾ ਪਰਮਾਤਮਾ ਦਾ ਸ਼ਬਦੀ ਖੇਲ ਚੱਲਣਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਸ਼ਬਦ ਗੁਰੂ ਦੀ। ਤੇ ਯਾਨੀ ਕਿ ਗਾਂ ਜਿਹੜਾ ਤੱਤਾਂ ਵਾਲਾ ਸਰੀਰ ਵਾਲਾ ਗੁਰੂ ਨਹੀਂ ਹੋਣਾ। ਅਕਾਲ ਪੁਰਖ ਦਾ ਖੇਲ, ਸ਼ਬਦ ਦਾ ਖੇਲ, ਦੋਵਾਂ ਨੂੰ ਮਿਲ ਕੇ ਸ਼ਬਦੀ ਹੋਣਾ ਆ। ਤੋ ਇਸ ਕਰਕੇ ਇਸ ਧਰਤੀ ਨੂੰ ਭਾਗ ਲੱਗਣੇ ਆ। ਤੇ ਉਸ ਨਰ ਨਿਰੰਕਾਰ ਨੂੰ ਜਿਹੜਾ ਸਾਰਿਆਂ ਦੇ ਜਿਹਦੇ ਆਲੇ ਦੁਆਲੇ ਸਾਰੇ ਬ੍ਰਹਿਮੰਡ ਖੰਡ ਘੁੰਮਦੇ ਹਨ, ਉਸ ਮਾਲਕ ਸੱਚਖੰਡ ਦੇ ਮਾਲਕ ਦਾ ਅੱਜ ਵਕਤ ਆ ਗਿਆ ਜੋ। ਇਹ ਚੌਥਾ ਘਰ ਕੀ ਆ? ਕਲਯੁਗ ਦਾ ਯੁੱਗ ਜੋ। ਔਰ ਕਲਯੁਗ ਦੇ ਵਿੱਚ 9 ਖੰਡ ਕਿਹੜੇ ਨੇ ਤੇ 9 ਦਰ ਕਿਹੜੇ ਨੇ? ਔਰ ਇਹ ਤੁਹਾਨੂੰ ਪਤਾ ਹੈ ਕਿ ਆਹ ਸਾਡੇ 9 ਦਰ ਨੇ। ਇਹ 9 ਖੰਡ ਦੇ ਵਿੱਚ ਚੌਥੇ ਘਰ ਤੇ ਚੌਥੇ ਯੁੱਗ 'ਚ ਅੱਜ ਰਚਨਾਈ ਹੈ। ਤੇ ਸਭ ਨੇ ਆਖਿਆ ਕਿ ਸਤਿਗੁਰ ਯੁੱਗ ਲੱਗੇਗਾ, ਯਾਨੀ ਕਿ ਕਲ ਯੁੱਗ ਦੇ ਵਿੱਚ ਹੀ ਸਤਿਯੁਗ ਲਾ ਦੇਗਾ ਅਕਾਲ ਪੁਰਖ। ਤੇ ਇਹ ਇਹਦੀਆਂ ਡੇਟਾਂ ਸਨ। ਕਿਸੇ ਨੇ ਆਖਿਆ, ਸਪਤਰਿਸ਼ੀਆਂ ਵੀ ਆਖਿਆ ਇੱਕ ਸੰਸਰ 900 ਸੇ ਉੱਪਰ। ਤੇ ਮਤਲਬ ਉਹਨਾਂ ਨੇ ਦੋ ਸਹੰਸਰ ਦੀ ਗੱਲ ਵੀ ਬੋਲੀ ਗਈ ਹੈ ਸਾਹਿਬਾਂ ਵੱਲੋਂ, ਗੋਬਿੰਦ ਪਾਤਸ਼ਾਹ ਨੇ। ਤੇ ਮਤਲਬ ਯਾਨੀ ਕਿ ਵੇਦ ਵਿਆਸ ਜੀ ਨੇ ਲਿਖਿਆ 2 ਸੰਸਰ ਨੂੰ, ਯਾਨੀ ਕਿ ਉਹਦਾ ਕੰਮ ਪਰਮਾਤਮਾ ਹੋ ਜਾਏਗਾ। ਮਹਾਂਬਲੀ ਅਵਤਾਰ ਜਿਹੜਾ ਜੋ ਸਰੂਪ ਪਰਮਾਤਮਾ ਉਹ ਆਪਣੀ ਗੱਲ ਕਰੇਗਾ। ਤਾਂ ਆਓ ਉਸ ਦੇ ਉਡੀਕ ਦੇ ਵਿੱਚ ਅੱਖਾਂ ਮੀਟ ਕੇ ਇਸ ਧਰਤੀ ਨੂੰ ਵੀ ਭਾਗ ਲੱਗੇ, ਜਿਹੜੇ 4 ਪਰਦਿਆਂ ਨੂੰ ਭਾਗ ਲੱਗ ਜਾਏ।